ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਪੁਲਿਸ ਸਬ ਇੰਸਪੈਕਟਰ ਐਗਜ਼ਾਮ 17 ਅਗਸਤ 2021 ਦੀ ਸੈਕੰਡ ਸ਼ਿਫਟ ਦੇ ਜੀਕੇ ਦੇ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ। ਇਹਦੀ ਫਸਟ ਸ਼ਿਫਟ ਦੇ ਕੁਐਸਚਨ ਅਸੀਂ ਆਲਰੇਡੀ ਲਾਸਟ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ, ਜੋ ਤੁਹਾਨੂੰ ਪਲੇਲਿਸਟ ਵਿੱਚੋਂ ਮਿਲ ਜਾਊਗੀ। ਤਾਂ ਸ਼ੁਰੂ ਕਰਦੇ ਹਾਂ। ਫਸਟ ਕੁਐਸਚਨ ਹੈ ਜੀ, ਵਿਚ ਫੈਸਟੀਵਲ ਇਜ਼ ਆਲਸੋ ਨੋਨ ਐਜ਼ ਈਰੂ ਥਾਜਵੂ ਥਾਈ। ਇਹ ਜਿਹੜਾ ਫੈਸਟੀਵਲ ਹੈ ਜੀ, ਇਹ ਤਾਂ ਰਾਈਟ ਆਪਸ਼ਨ ਹੈ ਜੀ ਜਲੀਕੇਤੂ। ਜਲੀਕੇਤੂ ਰਾਈਟ ਆਪਸ਼ਨ ਹੈ। ਇਹ ਤਾਮਿਲ ਦਾ ਇੱਕ ਸ਼ਬਦ ਹੈ। ਇਹ ਫੈਸਟੀਵਲ ਵੀ ਤਾਮਿਲਨਾਡੂ ਵਿੱਚ ਮਨਾਇਆ ਜਾਂਦਾ ਹੈ। ਇਸ ਫੈਸਟੀਵਲ ਦੀ ਇੱਕ ਖਾਸ ਗੱਲ ਇਹ ਹੈ, ਇਹ ਫੈਸਟੀਵਲ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਸ ਤਰ੍ਹਾਂ ਦਾ ਇਹ ਫੈਸਟੀਵਲ ਮਨਾਇਆ ਜਾਂਦਾ, ਜਿਹਦੇ ਵਿੱਚ ਇੱਕ ਬੈਲ ਇੱਕ ਬਲਦ ਹੁੰਦਾ, ਜਿਹਨੂੰ ਛੱਡ ਦਿੱਤਾ ਜਾਂਦਾ ਅਤੇ ਜੋ ਪਲੇਅਰਸ ਹੁੰਦੇ ਆ ਉਹਨਾਂ ਦਾ ਇਹ ਟਾਰਗੇਟ ਹੁੰਦਾ ਕਿ ਇਸ ਨੂੰ 20 ਜਾਂ 30 ਸੈਕਿੰਡ ਵਾਸਤੇ ਆਪਦੇ ਕਾਬੂ ਦੇ ਵਿੱਚ ਕਰਨਾ ਹੈ, ਅਤੇ ਜੋ ਵੀ ਇਸ ਨੂੰ ਸ਼ਾਂਤ ਕਰ ਦਿੰਦਾ, ਆਪਦੇ ਕਾਬੂ ਵਿੱਚ ਕਰ ਲੈਂਦਾ, ਉਹ ਇਸ ਦਾ ਵਿਨਰ ਅਨਾਊਂਸ ਕੀਤਾ ਜਾਂਦਾ। ਇਸ ਬਾਰੇ ਇੱਕ ਹੋਰ ਖਾਸ ਗੱਲ ਇਹ ਹੈ ਕਿ ਸੇਮ ਨਾਮ ਦੀ ਇੱਕ ਪਿਕਚਰ ਆਈ ਸੀ ਜੈਲੀਕੇਤੂ ਨਾਮ ਦੀ, ਉਹ ਲਾਸਟ ਈਅਰ ਆਪਣੀ ਇੰਡੀਆ ਦੀ ਓਸਕਰ ਵਿੱਚ ਓਫੀਸ਼ੀਅਲ ਐਂਟਰੀ ਸੀ, ਜਾਣੀ ਕਿ ਇੰਡੀਆ ਵੱਲੋਂ ਇੱਕ ਕੋਈ ਫਿਲਮ ਓਸਕਰਸ ਦੇ ਵਿੱਚ ਭੇਜੀ ਜਾਂਦੀ ਹੈ ਤਾਂ ਉਹਦੇ ਆਪਣੀ ਜਿਹੜੀ ਅਫੀਸ਼ੀਅਲ ਐਂਟਰੀ ਲਾਸਟ ਵਾਰੀ ਉਹ ਜੈਲੀਕੇਤੂ ਸੀ, ਪਰ ਇਹ ਕੋਈ ਪ੍ਰਾਈਜ਼ ਨਹੀਂ ਜਿੱਤ ਪਾਈ ਸੀ ਓਸਕਰ ਦੇ ਵਿੱਚ। ਤਾਂ ਉਸ ਦੇ ਨਾਲ ਰਿਲੇਟਡ ਹੀ ਲਾਸਟ ਟਾਈਮ ਦੇ ਕਰੰਟ ਅਫੇਅਰ ਦੇ ਨਾਲ ਰਿਲੇਟ ਕਰਕੇ ਇਹ ਕੁਐਸਚਨ ਪਾਇਆ ਗਿਆ ਸੀ ਲਾਸਟ ਈਅਰ ਦੇ ਐਗਜ਼ਾਮ 'ਚ। ਤਾਂ ਜਲੀਕੇਤੂ ਇਸ ਦਾ ਰਾਈਟ ਆਨਸਰ ਹੈ। ਨੈਕਸਟ ਆਪਸ਼ਨ ਹੈ ਜੀ, ਵਿਚ ਅਕੋਰਡਿੰਗ ਟੂ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਹੈਜ਼ ਦਾ ਪਾਵਰ ਟੂ ਡਿਕਲੇਅਰ ਐਨੀ ਏਰੀਆ ਏ ਸ਼ਡਿਊਲਡ ਏਰੀਆ। ਤਾਂ ਸ਼ਡਿਊਲਡ ਏਰੀਆ ਦਾ ਜਿਹੜਾ ਪਾਵਰ ਹੈ, ਕਿਸ ਦੇ ਕੋਲ ਹੈ ਸ਼ਡਿਊਲਡ ਏਰੀਆ ਡਿਕਲੇਅਰ ਕਰਨ ਦੀ ਪਾਵਰ? ਤਾਂ ਇਹ ਪਾਵਰ ਹੈ ਜੀ ਪ੍ਰੈਜ਼ੀਡੈਂਟ ਕੋਲ। ਤਾਂ ਪ੍ਰੈਜ਼ੀਡੈਂਟ ਆਰਟੀਕਲ 241(1) ਦੇ ਅਕੋਰਡਿੰਗ, ਆਰਟੀਕਲ ਕੌਨਸਟੀਟਿਊਸ਼ਨ ਦੇ ਆਰਟੀਕਲ 241(1) ਦੇ ਅਕੋਰਡਿੰਗ ਗਵਰਨਰ ਦੀ ਸਹਿਮਤੀ ਦੇ ਨਾਲ ਕਿਸੇ ਏਰੀਆ ਨੂੰ ਵੀ ਸ਼ਡਿਊਲਡ ਏਰੀਆ ਘੋਸ਼ਿਤ ਕਰ ਸਕਦਾ। ਤਾਂ ਇਹਦਾ ਰਾਈਟ ਆਨਸਰ ਹੈ ਜੀ ਸੈਕਿੰਡ ਆਪਸ਼ਨ ਪ੍ਰੈਜ਼ੀਡੈਂਟ। ਇਹ 5th ਸ਼ਡਿਊਲ ਦੇ ਵਿੱਚ ਇਹ ਪਾਵਰ ਦਿੱਤੀ ਗਈ ਜੀ, ਸੰਵਿਧਾਨ ਦੇ 5th ਸ਼ਡਿਊਲ ਦੇ ਵਿੱਚ ਆਰਟੀਕਲ 244 ਫਸਟ ਕੁਐਸਚਨ ਹੈ ਜੀ, ਵਿਚ ਫੈਸਟੀਵਲ ਇਜ਼ ਆਲਸੋ ਨੋਨ ਐਜ਼ ਈਰੂ ਥਾਜਵੂ ਥਾਈ। ਤਾਂ ਇਹ ਫੈਸਟੀਵਲ, ਇਹ ਇੱਕ ਤਮਿਲ ਸ਼ਬਦ ਹੈ, ਇਹ ਫੈਸਟੀਵਲ ਵੀ ਤਾਮਿਲਨਾਡੂ ਦੇ ਵਿੱਚ ਮਨਾਇਆ ਜਾਂਦਾ ਹੈ। ਤਾਂ ਇਹਦਾ ਰਾਈਟ ਆਨਸਰ ਹੈ ਜੀ ਜਲੀਕੇਤੂ। ਜਲੀਕੇਤੂ ਇਸ ਦਾ ਰਾਈਟ ਆਨਸਰ ਹੈ। ਤਾਂ ਜਲੀਕੇਤੂ ਇਸ ਤਰ੍ਹਾਂ ਦਾ ਤਿਉਹਾਰ ਹੈ ਜੋ ਤੁਸੀਂ ਇਸ ਪਿਕਚਰ ਦੇ ਵਿੱਚ ਵੇਖ ਸਕਦੇ ਹੋ। ਇਹਦੇ ਵਿੱਚ ਇੱਕ ਬਲਦ ਨੂੰ ਛੱਡਿਆ ਜਾਂਦਾ ਗਰਾਊਂਡ ਦੇ ਵਿੱਚ, ਤਾਂ ਇਹਦੇ 'ਚ ਜੋ ਪਲੇਅਰਸ ਹੁੰਦੇ ਇਹਨਾਂ ਦਾ ਟਾਰਗੇਟ ਹੁੰਦਾ ਇਸ ਬਲਦ 'ਤੇ ਕਾਬੂ ਪਾਉਣਾ, ਇਹਨੂੰ 20 ਜਾਂ 30 ਸੈਕਿੰਡ ਲਈ ਸ਼ਾਂਤ ਕਰਨਾ, ਅਤੇ ਜੋ ਵੀ ਪਲੇਅਰ ਇਹ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਉਸ ਨੂੰ ਇਸ ਦਾ ਵਿਨਰ ਅਨਾਊਂਸ ਕੀਤਾ ਜਾਂਦਾ। ਇਸ ਦੇ ਬਾਰੇ ਇੱਕ ਖਾਸ ਗੱਲ ਇਹ ਹੈ ਕਿ ਲਾਸਟ ਈਅਰ ਇੰਡੀਆ ਦੀ ਓਸਕਰ ਦੇ ਵਿੱਚ ਉਹ ਜੋ ਓਫੀਸ਼ੀਅਲ ਐਂਟਰੀ ਸੀ ਜਿਸ ਮੂਵੀ ਦੀ, ਤਾਂ ਉਹ ਇੱਕ ਤਮਿਲ ਮੂਵੀ ਆਈ ਸੀ ਜੈਲੂਕੇਤੂ, ਤਾਂ ਉਸ ਮੂਵੀ ਦਾ ਨਾਮ ਵੀ ਇਹੀ ਸੀ। ਤਾਂ ਇਹ ਇੰਡੀਆ ਦੀ ਓਫੀਸ਼ੀਅਲ ਐਂਟਰੀ ਸੀ ਓਸਕਰਸ ਦੇ ਵਿੱਚ। ਇਹ ਫਿਲਮ ਵੈਸੇ ਓਸਕਰਸ ਦੇ ਵਿੱਚ ਕੋਈ ਪ੍ਰਾਈਜ਼ ਤਾਂ ਨਹੀਂ ਜਿੱਤ ਪਾਈ, ਪਰ ਇੰਡੀਆ ਵੱਲੋਂ ਜੋ ਓਫੀਸ਼ੀਅਲ ਐਂਟਰੀ ਸੀ ਉਹ ਜਲੀਕੇਤੂ ਮੂਵੀ ਦੀ ਸੀ। ਤਾਂ ਲਾਸਟ ਈਅਰ ਦੇ ਕਰੰਟ ਅਫੇਅਰ ਦੇ ਨਾਲ ਕਨੈਕਟ ਕਰਕੇ ਇਹ ਕੁਐਸਚਨ ਪੁੱਛਿਆ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਹੂ ਅਕੋਰਡਿੰਗ ਟੂ ਕੌਨਸਟੀਟਿਊਸ਼ਨ ਆਫ ਇੰਡੀਆ ਹੈਜ਼ ਦਾ ਪਾਵਰ ਟੂ ਡਿਕਲੇਅਰ ਐਨੀ ਏਰੀਆ ਇਜ਼ ਸ਼ਡਿਊਲਡ ਏਰੀਆ। ਤਾਂ ਕਿਸੇ ਏਰੀਆ ਨੂੰ ਵੀ ਸ਼ਡਿਊਲਡ ਏਰੀਆ ਘੋਸ਼ਿਤ ਕਰਨ ਦੀ ਪਾਵਰ ਕਿਹਦੇ ਕੋਲ ਹੈ? ਤਾਂ ਇਹ ਪਾਵਰ ਹੈ ਜੀ ਆਪਣੇ ਪ੍ਰੈਜ਼ੀਡੈਂਟ ਕੋਲ। ਇਹ ਪਾਵਰ ਹੈ ਪ੍ਰੈਜ਼ੀਡੈਂਟ ਕੋਲ, ਜੋ ਕਿ ਗਵਰਨਰ ਦੀ ਸਹਿਮਤੀ ਦੇ ਨਾਲ ਕਿਸੇ ਏਰੀਆ ਨੂੰ ਵੀ ਸ਼ਡਿਊਲਡ ਏਰੀਆ ਘੋਸ਼ਿਤ ਕਰ ਸਕਦਾ ਹੈ। ਤਾਂ ਇਹ ਪਾਵਰ ਪ੍ਰੈਜ਼ੀਡੈਂਟ ਨੂੰ ਕਿਹੜੇ ਆਰਟੀਕਲ ਵਿੱਚ ਮਿਲਦੀ ਹੈ? ਤਾਂ ਕੌਨਸਟੀਟਿਊਸ਼ਨ ਦੇ 5th ਸ਼ਡਿਊਲ ਐਂਡ ਆਰਟੀਕਲ ਹੈ 244(1). ਤਾਂ ਇਹਦੇ ਵਿੱਚ ਸ਼ਡਿਊਲਡ ਏਰੀਆ ਦੀ ਡੈਫੀਨੇਸ਼ਨ ਹੈ, ਅਤੇ ਇਹਦੇ ਵਿੱਚ ਹੀ ਇਹ ਮੈਂਸ਼ਨ ਹੈ ਕਿ ਪ੍ਰੈਜ਼ੀਡੈਂਟ ਆਰਡਰ ਕਰ ਸਕਦਾ ਹੈ ਕਿਸੇ ਏਰੀਆ ਨੂੰ ਸ਼ਡਿਊਲਡ ਏਰੀਆ ਘੋਸ਼ਿਤ ਕਰਨਾ ਆਫਟਰ ਕੰਸਲਟੇਸ਼ਨ ਵਿਦ ਗਵਰਨਰ ਆਫ ਦਾ ਸਟੇਟ। ਦਾ ਆਰਟੀਕਲ ਵੀ ਮਾਈਂਡ ਦੇ ਵਿੱਚ ਰੱਖਣਾ ਜੀ 244(1). ਨੈਕਸਟ ਕੁਐਸਚਨ ਹੈ ਜੀ, ਥੋੜਾ ਇਜ਼ ਡਾਂਸ ਪਰਫੋਰਮਡ ਬਾਏ ਰਾਜਪੂਤ ਇਨ ਡਿਸਟ੍ਰਿਕਟ ਆਫ ਸਿਰਮੌਰ ਸ਼ਿਮਲਾ ਐਂਡ ਸੋਲਨ ਆਫ ਹਿਮਾਚਲ ਪ੍ਰਦੇਸ਼। ਤਾਂ ਜਿਹੜਾ ਆਪਾਂ ਇਹ ਬਲੈਂਕ ਦੇ ਵਿੱਚ ਦੱਸਣਾ ਕਿ ਕਿਹਨਾਂ ਵੱਲੋਂ ਇਹ ਜੋ ਡਾਂਸ ਪਰਫੋਰਮ ਕੀਤਾ ਜਾਂਦਾ, ਤਾਂ ਇਹ ਕੀਤਾ ਜਾਂਦਾ ਜੀ ਵਾਰੀਅਰਸ ਦੇ ਦੁਆਰਾ। ਤਾਂ ਅਸੀਂ ਸਮਝਦੇ ਹਾਂ ਕਿ ਇਹ ਡਾਂਸ ਦੇ ਵਿੱਚ ਹੁੰਦਾ ਕੀ ਹੈ? ਤਾਂ ਇਸ ਤਰ੍ਹਾਂ ਦਾ ਇਹ ਡਾਂਸ ਹੁੰਦਾ ਜੀ, ਇਹਦੇ ਵਿੱਚ ਇੱਕ ਪ੍ਰਥਾ ਜਾਂ ਇੱਕ ਤਰ੍ਹਾਂ ਦਾ ਡਾਂਸ ਹੈ ਜਿਹਦੇ ਵਿੱਚ ਇਹ ਜੋ ਪਰਸਨ ਹੈ ਇਸ ਨੇ ਡਾਂਸ ਕਰਨਾ ਹੁੰਦਾ, ਅਤੇ ਡਿਊਰਿੰਗ ਡਾਂਸਿੰਗ ਸੈਕਿੰਡ ਪਰਸਨ ਨੇ ਇਸ ਦੀ ਲੈਗ 'ਤੇ ਨਿਸ਼ਾਨਾ ਲਗਾਉਣਾ ਹੁੰਦਾ। ਤਾਂ ਇਹ ਇੱਕ ਤਰ੍ਹਾਂ ਦਾ ਡਾਂਸ ਹੈ ਹਿਮਾਚਲ ਦੇ ਵਿੱਚ ਜੋ ਰਾਜਪੂਤ ਉੱਥੋਂ ਦੇ ਪਰਫੋਰਮ ਕਰਦੇ ਆ, ਤਾਂ ਹੀ ਇਸ ਦਾ ਆਨਸਰ ਹੈ ਵਾਰੀਅਰ। ਨੈਕਸਟ ਕੁਐਸਚਨ ਜੀ, ਨੈਕਸਟ ਕੁਐਸਚਨ ਹੈ ਜੀ, ਹੂ ਵਾਜ਼ ਦਾ ਚੇਅਰਮੈਨ ਆਫ ਕਮੇਟੀ ਅਪੋਇੰਟਡ ਇਨ 1977 ਟੂ ਰਿਵਾਈਵ ਦਾ ਵਰਕਿੰਗ ਆਫ ਪੰਚਾਇਤ। ਤਾਂ ਇਸ ਦਾ ਰਾਈਟ ਆਨਸਰ ਹੈ ਜੀ ਅਸ਼ੋਕ ਮਹਿਤਾ। ਤਾਂ ਇੱਕ ਅਸ਼ੋਕ ਮਹਿਤਾ ਕਮੇਟੀ ਬਣਾਈ ਗਈ ਸੀ 1977 ਦੇ ਵਿੱਚ, ਤਾਂ ਪੰਚਾਇਤ ਦੀ ਵਰਕਿੰਗ ਨੂੰ ਰਿਵਿਊ ਕਰਨ ਵਾਸਤੇ। ਤਾਂ ਉਸ ਦੇ ਆਪਣੇ ਪ੍ਰੈਜ਼ੀਡੈਂਟ ਕੌਣ ਸੀ? ਉਸ ਕਮੇਟੀ ਦੇ ਪ੍ਰਧਾਨ ਚੇਅਰਮੈਨ ਕੌਣ ਸੀ? ਅਸ਼ੋਕ ਮਹਿਤਾ।
ਕਮੇਟੀ ਤੋਂ ਇਲਾਵਾ ਵੀ ਕਈ ਕਮੇਟੀਜ਼ ਇੰਪੋਰਟੈਂਟ ਨੇ ਜੋ ਪੰਚਾਇਤੀ ਰਾਜ ਨਾਲ ਸੰਬੰਧ ਰੱਖਦੀਆਂ ਨੇ, ਤਾਂ ਉਹਨਾਂ ਦੀ ਇੱਕ ਲਿਸਟ ਵੇਖ ਰਹੇ ਹਾਂ। ਤਾਂ ਉਹਨਾਂ ਦੀ ਲਿਸਟ ਤੇ ਈਅਰ ਜੇ ਯਾਦ ਹੋ ਜੇ ਤਾਂ ਹੋਰ ਵੀ ਬੈਟਰ ਹੈ। ਜਿਹੜੀਆਂ ਇਹਨਾਂ ਦੇ ਵਿੱਚੋਂ ਜ਼ਿਆਦਾ ਇੰਪੋਰਟੈਂਟ ਕਮੇਟੀਜ਼ ਜੋ ਆਲਰੇਡੀ ਆ ਚੁੱਕੀਆਂ ਨੇ, ਬਲਵੰਤ ਰਾਏ ਕਮੇਟੀ 1957 ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਅਸ਼ੋਕ ਮਹਿਤਾ ਕਮੇਟੀ 1978 ਦੇ ਵਿੱਚ। ਉਸ ਤੋਂ ਬਾਅਦ ਡਾਕਟਰ ਐਲ ਐਮ ਸਿੰਘ ਵੀ ਕਮੇਟੀ 1986, ਐਸ ਮੋਹਿੰਦਰ ਸਿੰਘ 2013। ਤਾਂ ਇਹ ਕਮੇਟੀਜ਼ ਹੈ ਜੋ ਆਲਰੇਡੀ ਐਗਜ਼ਾਮਸ ਦੇ ਵਿੱਚ ਆ ਚੁੱਕੀਆਂ ਨੇ। ਬਾਕੀ ਤੁਸੀਂ ਬਾਕੀ ਜੋ ਰਹਿੰਦੀਆਂ ਕਮੇਟੀਜ਼ ਉਹਨਾਂ ਨੂੰ ਵੀ ਇੱਕ ਵਾਰ ਰੀਡ ਜ਼ਰੂਰ ਕਰ ਲੈਣਾ। ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਤਾਂ ਨੈਕਸਟ ਕੁਐਸਚਨ ਹੈ ਜੀ, ਐਮਪਲੋਇਮੈਂਟ ਆਫ ਚਿਲਡਰਨ ਫਾਰ ਬੈਗਿੰਗ ਇਜ਼ ਪੁਨਿਸ਼ੇਬਲ ਵਿਦ ਡੈਸ਼ ਅੰਡਰ ਦਾ ਜੁਵੇਨਾਈਲ ਜਸਟਿਸ। ਤਾਂ ਜੋ ਲੇਬਰ ਹੈ, ਜੋ ਚਾਈਲਡ ਲੇਬਰ ਹੈ, ਉਹਦੇ ਵਿੱਚ ਅਗਰ ਕੋਈ ਬੱਚਿਆਂ ਤੋਂ ਭੀਖ ਮੰਗਵਾਉਂਦਾ ਤਾਂ ਉਸ ਦੀ ਕੀ ਸਜ਼ਾ ਫਿਕਸ ਕੀਤੀ ਗਈ ਹੈ ਜੁਵੇਨਾਈਲ ਜਸਟਿਸ ਐਕਟ ਦੇ ਵਿੱਚ। ਤਾਂ ਇਹਦੇ ਵਿੱਚ ਹੈ ਜੀ, ਇਹ ਟਰਮ ਵਿਚ ਮੇ ਐਕਸਟੈਂਡ ਟੂ 5 ਈਅਰ ਐਂਡ ਸ਼ੈਲ ਆਲਸੋ ਵੀ ਲਾਈਬਲ ਟੂ ਫਾਈਨ ਆਫ 1 ਲੱਖ ਰੁਪੀਸ। ਯਾਨੀ ਕਿ 5 ਸਾਲ ਦੀ ਸਜ਼ਾ ਅਤੇ 1 ਲੱਖ ਦਾ ਜੁਰਮਾਨਾ ਹੈ ਜੇ ਕੋਈ ਬੱਚਿਆਂ ਤੋਂ ਚਾਈਲਡ ਲੇਬਰ ਵਿੱਚ ਬੈਗਿੰਗ ਯਾਨੀ ਕਿ ਭੀਖ ਮੰਗਵਾਉਂਦਾ, ਅਤੇ ਉਹਦੇ ਵਿੱਚ ਇਹ ਸਜ਼ਾ ਦਾ ਪ੍ਰਾਵਧਾਨ ਹੈ ਇਸ ਐਕਟ ਦੇ ਵਿੱਚ, 5 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ। ਨੈਕਸਟ ਕੁਐਸਚਨ ਹੈ ਜੀ, ਜਿਨਸੀ ਪਰੇਸ਼ਾਨੀ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਰੱਖਿਆ ਐਕਟ 2012 ਦੀ ਧਾਰਾ 11 ਦੇ ਤਹਿਤ ਪਰਿਭਾਸ਼ਿਤ ਕੀਤਾ ਗਿਆ। ਇਹਨਾਂ ਵਿੱਚੋਂ ਕਿਸੇ ਨੂੰ ਸ਼ਾਮਲ ਨਹੀਂ ਕਰਦਾ। ਇੱਕ ਐਕਟ ਬਣਿਆ ਜੀ ਬੱਚਿਆਂ ਨੂੰ ਸੈਕਸ਼ੂਅਲ ਅਫੈਂਸ ਤੋਂ ਬਚਾਉਣ ਵਾਸਤੇ, ਇਹਨੂੰ ਸ਼ੋਰਟ ਫਾਰਮ 'ਚ ਪੋਸਕੋ ਵੀ ਕਹਿ ਦਿੰਦੇ ਆ। ਤਾਂ ਇਹਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਕਿ ਸ਼ਾਮਿਲ ਨਹੀਂ ਕੀਤੀ ਗਈ, ਬਾਕੀਆਂ ਤੋਂ ਇਹ ਬੱਚਿਆਂ ਨੂੰ ਸੁਰੱਖਿਅਤ ਕਰਦਾ। ਤਾਂ ਇਹਦੇ ਵਿੱਚ ਜੋ ਸੈਕਿੰਡ ਆਪਸ਼ਨ ਹੈ, ਬੱਚਿਆਂ ਨੂੰ ਦੇਹ ਵਪਾਰ ਵਿੱਚ ਸ਼ਾਮਿਲ ਕਰਨਾ, ਇਹਦੀ ਕੋਈ ਸਜ਼ਾ ਇਸ ਐਕਟ ਦੇ ਵਿੱਚ ਨਹੀਂ ਹੈ। ਬਾਕੀ ਸਾਰੀਆਂ ਚੀਜ਼ਾਂ ਜਾਣੀ ਕਿ ਇਹ ਅਸ਼ਲੀਲ ਮਕਸਦਾਂ ਲਈ ਕਿਸੇ ਰੂਪ ਵਿੱਚ ਮੀਡੀਆ ਰਾਹੀਂ ਬੱਚੇ ਨੂੰ ਕੋਈ ਵਸਤੂ ਵਿਖਾਉਣੀ, ਇੱਕ ਬੱਚੇ ਤੋਂ ਉਸਦੇ ਸਰੀਰ ਦਾ ਪ੍ਰਦਰਸ਼ਨ ਕਰਵਾਉਣਾ, ਅਤੇ ਜੋ ਫੋਰਥ ਆਪਸ਼ਨ ਹੈ ਕਿਸੇ ਬੱਚੇ ਨੂੰ ਅਸ਼ਲੀਲ ਉਦੇਸ਼ਾਂ ਦੇ ਲਈ ਲੁਭਾਉਣਾ, ਇਹ ਸਭ ਇਸ ਦੇ ਵਿੱਚ ਸਜ਼ਾਯੋਗ ਨੇ। ਜੋ ਸੈਕਿੰਡ ਆਪਸ਼ਨ ਹੈ ਇਹ ਇਸ ਐਕਟ ਅੰਡਰ ਕਵਰ ਨਹੀਂ ਹੁੰਦੀ, ਇਹਦੇ ਲਈ ਅਲੱਗ ਐਕਟ ਬਣੇ ਹੋਏ ਨੇ। ਨੈਕਸਟ ਕੁਐਸਚਨ ਜੀ, ਵਾਟ ਇਜ਼ ਦਾ ਫੁੱਲ ਫਾਰਮ AIFI। ਤਾਂ AIFI ਦੀ ਫੁੱਲ ਫਾਰਮ ਕੀ ਹੈ? ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ। ਨੈਕਸਟ ਕੁਐਸਚਨ ਹੈ ਜੀ, ਅਕੋਰਡਿੰਗ ਟੂ ਇੰਡੀਅਨ ਕੌਂਸਟੀਟਿਊਸ਼ਨ ਵਿਚ ਪੇਅਰ ਆਫ ਆਰਟੀਕਲ ਕੌਂਸਟੀਟਿਊਟਸ ਇਜ਼ ਨੋਟ ਕਰੈਕਟ। ਤਾਂ ਇਹਨਾਂ ਵਿੱਚੋਂ ਕਿਹੜਾ ਕਰੈਕਟ ਨਹੀਂ ਹੈ? ਅਤੇ ਇਹਦੇ ਵਿੱਚੋਂ ਜੋ 141 ਹੈ ਇਹ ਕਰੈਕਟ ਨਹੀਂ ਹੈ, ਇਹ ਡਿਸਕਰੈਕਟ ਹੈ, ਬਾਕੀ ਇਨਕਰੈਕਟ ਹੈ। ਬਾਕੀ ਸਾਰੇ ਜਿਹੜੇ ਆਨਸਰਸ ਹੈ ਉਹ ਅਕੋਰਡਿੰਗ ਟੂ ਇੰਡੀਅਨ ਕੌਂਸਟੀਟਿਊਸ਼ਨ ਸਾਰੇ ਕਰੈਕਟ ਨੇ। ਨੈਕਸਟ ਕੁਐਸਚਨ ਹੈ ਜੀ, ਹੂ ਹੋਲਡਸ ਦਾ ਪਰਸ ਹੋਲਡਸ ਦਾ ਪਾਵਰ। ਜਾਣੀ ਕਿ ਜਿਸ ਵਿਅਕਤੀ ਕੋਲ ਪੈਸਾ ਹੈ ਉਹਦੇ ਕੋਲ ਪਾਵਰ ਹੈ। ਤਾਂ ਇਹ ਸ਼ਬਦ ਕਿਹਨਾਂ ਦੇ ਸਨ ਇਹ ਆਪਾਂ ਦੱਸਣਾ। ਤਾਂ ਇਹ ਸ਼ਬਦ ਦੀ ਇਹ ਆਪਸ਼ਨ ਸਹੀ ਠੀਕ ਹੈ ਜੀ, ਜੇਮਸ ਮੈਡੀਸਨ। ਤਾਂ ਇਹ ਕੌਣ ਸੀ? ਇਹ USA ਦੇ 4th ਪ੍ਰੈਜ਼ੀਡੈਂਟ ਸੀ। ਤਾਂ ਇਹ USA ਦੇ 4th ਪ੍ਰੈਜ਼ੀਡੈਂਟ ਦੇ ਰੂਪ ਵਿੱਚ ਇਹਨਾਂ ਨੇ ਕੰਮ ਕੀਤਾ, ਜੇਮਸ ਮੈਡੀਸਨ। ਤਾਂ ਇਹਨਾਂ ਦੁਆਰਾ ਕਹੀ ਗਈ ਇੱਕ ਕੋਟ ਸੀ, ਇਹਨਾਂ ਦੁਆਰਾ ਕਹੀ ਗਈ ਸੀ ਇਹ ਲਾਈਨ, ਹੂ ਹੋਲਡਸ ਦਾ ਪਰਸ ਹੋਲਡਸ ਦਾ ਪਾਵਰ। ਨੈਕਸਟ ਕੁਐਸਚਨ ਹੈ ਜੀ, ਵਿਜੇ ਦੰਡੇਤਾ ਇਜ਼ ਫੇਮਸ। ਇਹ ਰਾਈਟਰ ਸੀ, ਫੇਮਸ ਕਿੱਥੋਂ ਦੇ ਸੀ ਆਪਾਂ ਉਹ ਦੱਸਣਾ, ਕਿਹੜੀ ਸਟੇਟ ਨਾਲ ਸੰਬੰਧ ਰੱਖਦੇ ਸੀ। ਤਾਂ ਇਹ ਸੰਬੰਧ ਰੱਖਦੇ ਸੀ ਜੀ ਰਾਜਸਥਾਨ ਦੇ ਨਾਲ। ਤਾਂ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਹੈ ਜੀ, ਅਬਾਸ ਖਾਨ ਸਰਵਾਨੀ ਵਾਜ਼ ਹਿਸਟੋਰੀਅਨ ਆਫ। ਤਾਂ ਅਬਾਸ ਖਾਨ ਸਰਵਾਨੀ ਕੌਣ ਸੀਗੇ ਜੀ? ਤਾਂ ਇਹ ਹਿਸਟੋਰੀਅਨ ਸੀ, ਇਹਨਾਂ ਨੇ ਇੱਕ ਬੁੱਕ ਲਿਖੀ ਸੀ, ਇਹ ਬੁੱਕ ਤੁਸੀਂ ਦੇਖ ਸਕਦੇ ਹੋ ਸਾਡੀ ਸਕਰੀਨ 'ਤੇ, ਤਾਰੀਕੇ ਸ਼ੇਰ ਸ਼ਾਹੀ। ਤਾਂ ਸ਼ੇਰ ਸ਼ਾਹ ਦੀ ਇਹਨਾਂ ਨੇ ਹਿਸਟਰੀ ਲਿਖੀ ਸੀ ਅਬਾਸ ਖਾਨ ਸਰਵਾਨੀ ਨੇ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਰਿਗਾਰਡਿੰਗ। ਤਾਂ ਇੱਕ ਸਕੀਮ ਆਈ ਸੀ ਵਨ ਨੇਸ਼ਨ ਵਨ ਅੰਬਰਸਮੈਨ। ਤਾਂ ਇਹ ਕਿਹਦੇ ਵੱਲੋਂ ਸੀ? RBI ਵੱਲੋਂ ਸੀ। ਤਾਂ ਇਹਦੇ ਵਿੱਚ ਕੀ ਹੈ ਕਿ ਬੈਂਕਿੰਗ ਰਿਲੇਟਡ ਜੇ ਕੋਈ ਕਸਟਮਰ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਉੱਥੋਂ ਦੇ ਅੰਬਰਸਮੈਨ ਨੂੰ ਸ਼ਿਕਾਇਤ ਕਰ ਸਕਦਾ ਜੇ ਬੈਂਕਿੰਗ ਉਸ ਨੂੰ ਰਿਜ਼ੋਲਵ ਨਹੀਂ ਕਰਦੀ। ਤਾਂ ਇਹਦੇ ਵਿੱਚ ਆਪਾਂ ਦੱਸਣਾ ਸੀ ਕਿ ਇਹਨਾਂ ਵਿੱਚ ਕਿਹੜੀ ਟਰਮ ਸਹੀ ਹੈ। ਤਾਂ ਓਨਲੀ ਵਨ, ਇਟ ਇਜ਼ ਏ ਕਸਟਮਰ ਗ੍ਰੀਵੀਅੰਸ ਰਿਡਰੈਸਲ ਸਕੀਮ। ਯਾਨੀ ਕਿ ਕਸਟਮਰ ਦੀ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਇਹ ਸਕੀਮ ਕੱਢੀ ਗਈ ਸੀ RBI ਵੱਲੋਂ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਿਸ ਇਜ਼ ਨੋਟ ਕੁਆਂਟੀਟੇਟਿਵ ਇੰਸਟਰੂਮੈਂਟ ਆਫ ਮੋਨੇਟਰੀ ਪੋਲਿਸੀ। ਇਹ ਇਕੋਨਮਿਕਸ ਨਾਲ ਸੰਬੰਧ ਰੱਖਦਾ ਜੀ। ਤਾਂ ਇਹਦਾ ਸੈਕਿੰਡ ਆਪਸ਼ਨ ਰਾਈਟ ਆਪਸ਼ਨ ਹੈ ਜੀ, ਮੋਰਲ ਸੁਸ਼ੇਨ। ਨੈਕਸਟ ਕੁਐਸਚਨ ਹੈ ਜੀ, ਇਹ ਕਿਸੇ ਇਮਾਰਤ ਦੇ ਆਊਟਲੈਟ 'ਤੇ ਹਥਿਆਰਬੰਦ ਆਦਮੀ ਤੈਨਾਤ ਕਰਦਾ ਹੈ ਅਤੇ ਜੈਡ ਨੂੰ ਦੱਸਦਾ ਹੈ ਕਿ ਉਹ ਜੈਡ 'ਤੇ ਗੋਲੀਆਂ ਚਲਾ ਦੇਣਗੇ ਜੇਕਰ ਜੈਡ ਨੇ ਇਮਾਰਤ ਛੱਡਣ ਦੀ ਕੋਸ਼ਿਸ਼ ਕੀਤੀ। ਇਹਦੇ ਵਿੱਚ ਦੱਸਿਆ ਗਿਆ ਕਿ ਜੈਡ ਕਿਸੇ ਇਮਾਰਤ ਦੇ ਵਿੱਚ ਹੈ। ਤਾਂ ਜੈਡ ਹੈ ਜੋ ਉਹ ਕਿਸੇ ਇਮਾਰਤ ਦੇ ਵਿੱਚ ਹੈ। ਤਾਂ ਇਹ ਕੀ ਕਰਦਾ, ਉੱਥੇ ਬੰਦੇ ਲਗਾ ਦਿੰਦਾ ਚਾਰੋਂ ਤਰਫ, ਤੇ ਜੈਡ ਨੂੰ ਬਾਹਰ ਆਉਣ ਤੋਂ ਰੋਕਦਾ। ਤਾਂ ਇਹਦੇ ਵਿੱਚ ਕੀ ਦੋਸ਼ ਹੈ? ਤਾਂ ਇਹ ਲੋਅ ਦੇ ਰਿਲੇਟਡ ਕੁਐਸਚਨ ਹੈ। ਤਾਂ ਇਹਦੇ ਵਿੱਚ ਉਸਨੇ ਗਲਤ ਤਰੀਕੇ ਨਾਲ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਜੈਡ ਨੂੰ। ਨੈਕਸਟ ਕੁਐਸਚਨ ਹੈ ਜੀ, ਵਿਚ ਮੰਗ ਵਾਸ ਦਾ ਕਮੇਟੀ ਦੈਟ ਵਾਜ਼ ਫਾਰਮਡ ਇਨ 1990 ਟੂ ਲੁੱਕ ਇਨਟੂ ਦਾ ਇਵੈਂਟਸ ਅਕਰਡ ਇਨ ਪੰਜਾਬ। ਤਾਂ 1990 ਵਿੱਚ ਇੱਕ
ਕਮੇਟੀ ਬਣਾਈ ਗਈ ਸੀ ਹੰਟਰ ਕਮੇਟੀ, ਇਸ ਨੂੰ ਹੰਟਰ ਕਮਿਸ਼ਨ ਵੀ ਕਿਹਾ ਜਾਂਦਾ ਹੈ। ਤਾਂ ਮੇਨਲੀ ਇਸ ਨੇ ਕੀ ਇਨਕੁਆਇਰੀ ਕੀਤਾ ਸੀ, ਮੇਨਲੀ ਇਹਨਾਂ ਨੇ ਜੋ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ ਤਾਂ ਉਸ ਦੀ ਇਨਕੁਆਇਰੀ ਕੀਤੀ ਸੀ ਹੰਟਰ ਕਮਿਸ਼ਨ ਨੇ। ਨੈਕਸਟ ਕੁਐਸਚਨ ਹੈ ਜੀ ਵਿਚ ਇੰਡੀਅਨ ਮੋਨੂਮੈਂਟ ਇਜ਼ ਆਲਸੋ ਨੋਨ ਐਜ਼ ਬਾਈ ਟੈਂਪਲ, ਤਾਂ ਇਹ ਜੀ ਲੋਟਸ ਟੈਂਪਲ, ਲੋਟਸ ਟੈਂਪਲ ਨੂੰ ਬਾਈ ਟੈਂਪਲ ਵੀ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਹੈ ਜੀ ਕਿਲ੍ਹਾ ਮੁਬਾਰਕ ਇਜ਼ ਮੋਨੂਮੈਂਟ ਆਫ ਗ੍ਰੇਟ ਹਿਸਟੋਰੀਕਲ ਇੰਪੋਰਟੈਂਸ ਐਂਡ ਇਜ਼ ਸਿਟੂਏਟਡ ਇਨ, ਤਾਂ ਬਠਿੰਡੇ ਦੇ ਵਿੱਚ ਇੱਕ ਕਿਲ੍ਹਾ ਮੌਜੂਦ ਹੈ, ਤੁਹਾਨੂੰ ਸਭ ਨੂੰ ਪਤਾ ਹੋਣਾ ਹੈ, ਉਸ ਨੂੰ ਕੀ ਕਹਿੰਦੇ ਨੇ, ਕਿਲ੍ਹਾ ਮੁਬਾਰਕ, ਬਠਿੰਡਾ ਦੇ ਵਿੱਚ ਇਹ ਸਥਿਤ ਹੈ। ਨੈਕਸਟ ਕੁਐਸਚਨ ਹੈ ਜੀ ਦਾ ਲਾਰਜੈਸਟ ਐਲੂਮੀਨੀਅਮ ਪਲਾਂਟ ਇਨ ਇੰਡੀਆ ਇਜ਼ ਲੋਕੇਟਡ ਐਟ, ਤਾਂ ਲਾਰਜੈਸਟ ਇੰਡੀਅਨ ਦਾ ਉੜੀਸਾ ਦੇ ਇੱਕ ਕੋਰਾਪਤ ਦੇ ਵਿੱਚ ਲਾਰਜੈਸਟ ਐਲੂਮੀਨੀਅਮ ਦਾ ਪਲਾਂਟ ਸਿਟੂਏਟਡ ਹੈ ਜੀ। ਨੈਕਸਟ ਕੁਐਸਚਨ ਹੈ ਜੀ ਨੌਜਵਾਨ ਭਾਰਤ ਸਭਾ ਭਗਤ ਸਿੰਘ ਵੱਲੋਂ ਕਦੋਂ ਬਣਾਈ ਗਈ, ਤਾਂ ਇਹ ਬਣਾਈ ਗਈ ਭਗਤ ਸਿੰਘ ਵੱਲੋਂ 1926 ਦੇ ਵਿੱਚ। ਨੈਕਸਟ ਕੁਐਸਚਨ ਹੈ ਜੀ ਹਾਊ ਮੈਨੀ ਮੈਂਬਰਸ ਵਾਲ ਇਨਵੋਲਵਡ ਇਨ ਡਰਾਫਟਿੰਗ ਕਮੇਟੀ ਆਫ ਕੌਨਸਟੀਟਿਊਸ਼ਨ ਆਫ ਇੰਡੀਆ, ਤਾਂ ਕੌਨਸਟੀਟਿਊਸ਼ਨ ਆਫ ਇੰਡੀਆ ਦੀ ਜੋ ਡਰਾਫਟਿੰਗ ਕਮੇਟੀ ਸੀ, ਜਿਹਨੂੰ ਆਪਾਂ ਮਸੌਦਾ ਕਮੇਟੀ ਵੀ ਕਹਿ ਦਿੰਦੇ ਹਾਂ, ਜਿਹਨੇ ਬੇਸਿਕ ਸਟਰਕਚਰ ਤਿਆਰ ਕੀਤਾ, ਤਾਂ ਉਹਦੇ ਕਿੰਨੇ ਮੈਂਬਰ ਸੀ, 7 ਮੈਂਬਰ ਸੀ। ਪੰਜਾਬ ਹੈਜ਼ ਏ ਟੋਟਲ ਕਲਟੀਵੇਟਡ ਏਰੀਆ 4.2 ਮਿਲੀਅਨ ਹੈਕਟੇਅਰ ਵਿੱਚ ਨੀਅਰਲੀ ਕੰਸਟੀਟਿਊਟ ਡੈਸ਼ ਆਫ ਦਾ ਨੈਟ ਏਰੀਆ ਸਾਊਂਡ ਇਨ ਇੰਡੀਆ, ਯਾਨੀ ਕਿ ਜੋ ਪੂਰੇ ਇੰਡੀਆ ਦਾ ਏਰੀਆ ਜਿਹਦੇ ਵਿੱਚ ਫਸਲ ਉਗਾਈ ਜਾਂਦੀ ਹੈ, ਉਹਦੇ ਵਿੱਚੋਂ ਪੰਜਾਬ ਦਾ ਕਿੰਨਾ ਪਰਸੈਂਟ ਏਰੀਆ, ਤਾਂ ਉਹ ਹੈਗਾ ਜੀ 3% ਏਰੀਆ। ਨੈਕਸਟ ਕੁਐਸਚਨ ਹੈ ਜੀ ਦਾ ਡਿਸੈਂਟ ਆਫ ਮੈਨ ਐਂਡ ਸਿਲੈਕਸ਼ਨ ਇਨ ਰਿਲੇਸ਼ਨ ਟੂ ਸੈਕਸ ਇਜ਼ ਏ ਬੁੱਕ ਰਿਟਨ ਬਾਏ, ਤਾਂ ਇਹ ਬੁੱਕ ਕਿਹਨਾਂ ਦੁਆਰਾ ਲਿਖੀ ਗਈ ਹੈ ਜੀ, ਤਾਂ ਇਹ ਬੁੱਕ ਲਿਖੀ ਗਈ ਹੈ ਚਾਰਲਸ ਡਾਰਵਿਨ ਦੁਆਰਾ। ਚਾਰਲਸ ਡਾਰਵਿਨ ਉਹਨਾਂ ਨੂੰ ਵੀ ਚਾਰਲਸ ਡਾਰਵਿਨ ਨੇ ਇੱਕ ਥਿਊਰੀ ਵੀ ਦਿੱਤੀ ਸੀ ਐਵੋਲਿਊਸ਼ਨ ਆਫ ਮੈਨ, ਯਾਨੀ ਕਿ ਆਪਾਂ ਜੇ ਕਹਿੰਦੇ ਹਾਂ ਕਿ ਜੋ ਇਨਸਾਨ ਹੈ ਉਹਦੀ ਉਤਪਤੀ ਬਾਂਦਰਾਂ ਤੋਂ ਹੋਈ ਹੈ, ਤਾਂ ਬਾਂਦਰਾਂ ਤੋਂ ਹੀ ਹੌਲੀ ਹੌਲੀ ਜੈਨੇਟਿਕ ਚੇਂਜਸ ਆਈ ਗਏ ਅਤੇ ਉਸ ਤੋਂ ਬਾਅਦ ਇਨਸਾਨ ਬਣਿਆ, ਮਾਡਰਨ ਹਿਊਮਨ ਬਣਿਆ, ਤਾਂ ਇਹ ਵੀ ਥਿਊਰੀ ਕਿਹਨਾਂ ਨੇ ਦਿੱਤੀ ਸੀ, ਚਾਰਲਸ ਡਾਰਵਿਨ ਨੇ। ਨੈਕਸਟ ਕੁਐਸਚਨ ਹੈ ਜੀ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਇਲਿਸਿਟ ਟ੍ਰੈਫਿਕਿੰਗ ਇਜ਼ ਓਬਜ਼ਰਵਡ ਔਨ, ਕਦੋਂ ਮਨਾਇਆ ਜਾਂਦਾ ਜੀ, 26 ਜੂਨ ਨੂੰ। ਨੈਕਸਟ ਕੁਐਸਚਨ ਹੈ ਜੀ ਦਾ ਅਲਟਰੇਸ਼ਨ ਇਨ ਨਿਊਕਲੀਓਟਾਈਡ ਸੀਕੁਐਂਸ ਆਫ ਜੀਨੋਮ ਆਫ ਆਰਗੈਨਿਜ਼ਮ ਵਾਇਰਸ ਔਰ DNA ਇਜ਼ ਕਾਲਡ, ਤਾਂ DNA ਦੇ ਵਿੱਚ ਜਦੋਂ ਵੀ ਕੋਈ ਚੇਂਜਿਸ, ਕੋਈ ਅਲਟਰੇਸ਼ਨ ਕੀਤੀ ਜਾਂਦੀ ਹੈ ਜਾਂ ਹੋ ਜਾਂਦੀ ਹੈ ਕੋਈ ਚੇਂਜਿਸ, ਤਾਂ ਉਹਨੂੰ ਮਿਊਟੇਸ਼ਨ ਕਹਿੰਦੇ ਨੇ, ਮਿਊਟੇਸ਼ਨ। ਨੈਕਸਟ ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ ਰੀਜ਼ਨ ਫਾਰ ਦਾ ਰਿਵੀਜ਼ਨ ਆਫ ਦਾ ਇੰਡਸਟਰੀਅਲ ਪੋਲਿਸੀ ਆਫ 1956, ਤਾਂ 1956 ਦੇ ਵਿੱਚ ਇੰਡਸਟਰੀ ਪੋਲਿਸੀ ਨੂੰ ਕਾਫੀ ਚੇਂਜ ਕੀਤਾ ਗਿਆ ਸੀ, ਤਾਂ ਉਹਦੇ ਵਿੱਚੋਂ ਕਿਹੜੇ ਉਸ ਦੇ ਚੇਂਜਸ ਦਾ ਕਾਰਨ ਸੀ, ਯਾਨੀ ਕਿ ਇਹ 3 ਆਪਸ਼ਨਾਂ ਤਾਂ ਉਸ ਦੇ ਚੇਂਜਸ ਦਾ ਕਾਰਨ ਸੀ, ਇਹ ਸਿਰਫ ਇਸ ਆਪਸ਼ਨ ਨੂੰ ਛੱਡ ਕੇ, ਟੂ ਰਿਡਿਊਸ ਦਾ ਸਕੋਪ ਫਾਰ ਦਾ ਐਕਸਪੈਂਸ਼ਨ ਆਫ ਦਾ ਸੈਕਟਰ ਸਿਗਨੀਫਿਕੈਂਟ। ਨੈਕਸਟ ਕੁਐਸਚਨ ਹੈ ਜੀ ਦਾ ਵਰਲਡ ਹੈਰੀਟੇਜ ਸਾਈਟਸ ਆਫ ਅਜੰਤਾ ਐਂਡ ਅਲੋਰਾ ਕੇਵਸ ਵਾਰ ਸ਼ਟ ਡਾਊਨ ਡਿਊ ਟੂ COVID-19 ਪੈਂਡੇਮਿਕ, ਦਿਸ ਕੇਵਸ ਆਰ, ਤਾਂ ਕਿੱਥੇ ਸਥਿਤ ਹੈ, ਇਹ ਔਰੰਗਾਬਾਦ ਦੇ ਵਿੱਚ ਸਥਿਤ ਨੇ, ਇਹ ਔਰੰਗਾਬਾਦ ਦੇ ਵਿੱਚ ਸਥਿਤ ਨੇ, ਤਾਂ ਔਰੰਗਾਬਾਦ ਕਿੱਥੇ, ਇਹ ਮਹਾਰਾਸ਼ਟਰ ਦੇ ਵਿੱਚ ਸਥਿਤ ਹੈ, ਤਾਂ ਮਹਾਰਾਸ਼ਟਰ ਦੇ ਵਿੱਚ ਸਥਿਤ ਹੈ ਔਰੰਗਾਬਾਦ, ਤਾਂ ਉੱਥੇ ਇਹ ਅਜੰਤਾ ਐਂਡ ਅਲੋਰਾ ਦੀਆਂ ਗੁਫਾਵਾਂ ਨੇ, ਕਾਫੀ ਫੇਮਸ ਨੇ। ਹੂ ਬਿਕਮ ਦਾ ਫਸਟ ਇੰਡੀਅਨ ਵੂਮਨ ਕ੍ਰਿਕਟਰ ਟੂ ਸਕੋਰ 10,000 ਇੰਟਰਨੈਸ਼ਨਲ ਰਨਸ, ਤਾਂ ਸਭ ਤੋਂ ਪਹਿਲਾਂ ਕਿੰਨਿਆਂ ਨੇ ਬਣਾਏ ਨੇ ਜੀ, ਇਹ ਮਿਥਾਲੀ ਰਾਜ ਨੇ। ਨੈਕਸਟ ਕੁਐਸਚਨ ਹੈ ਜੀ ਚਾਈਨਾ ਨੇਮਸ ਇਟਸ ਫਸਟ ਮਾਰਸ ਰੋਵਰ ਐਜ਼ ਜੂਰੋਂਗ, ਇਹਦਾ ਕੀ ਮੀਨਿੰਗ ਹੈ, ਇਹਦਾ ਮੀਨਿੰਗ ਹੈ ਜੀ ਗੋਡ ਆਫ ਫਾਇਰ, ਜਿਵੇਂ ਆਪਣੇ ਹਿੰਦੂਇਜ਼ਮ ਦੇ ਵਿੱਚ ਅਗਨੀ ਦੇਵਤਾ ਕਹਿ ਦਿੰਦੇ ਨੇ, ਤਾਂ ਚਾਈਨੀਜ਼ ਵਿੱਚ ਉਹਨਾਂ ਦਾ ਇਹ ਨਾਮ ਹੈ ਜੀ, ਤਾਂ ਇਹਨਾਂ ਦੇ ਨਾਮ 'ਤੇ ਜੋ ਚਾਈਨਾ ਨੇ ਆਪਣਾ ਫਸਟ ਮਾਰਸ ਰੋਵਰ ਬਣਾਇਆ ਜੀ। ਨੈਕਸਟ ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਕੰਟਰੀਜ਼ ਹੈਜ਼ ਬਿਕਮ ਵਰਲਡਸ ਫਸਟ ਕੰਟਰੀ ਟੂ ਅਟੈਚ ਫੇਸ਼ੀਅਲ ਵੈਰੀਫਿਕੇਸ਼ਨ ਇਨ ਨੈਸ਼ਨਲ ਆਇਡੈਂਟੀਫਿਕੇਸ਼ਨ ਡਾਟਾਬੇਸ, ਯਾਨੀ ਕਿ ਸਿਰਫ ਫੇਸ ਨੂੰ ਸਕੈਨ ਕਰਕੇ ਉਸ ਦੀ ਆਇਡੈਂਟੀਟੀ ਪਤਾ ਕੀਤੀ ਜਾ ਸਕਦੀ ਹੈ, ਅਤੇ ਇਹ ਕੀਤਾ ਜੀ ਸਿੰਗਾਪੁਰ ਨੇ ਸਭ ਤੋਂ ਪਹਿਲਾਂ। ਨੈਕਸਟ ਕੁਐਸਚਨ ਹੈ ਜੀ ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਡੀਪੈਸਟ ਮਾਈਨ ਇਨ ਦਾ ਵਰਲਡ, ਤਾਂ ਵਰਲਡ ਦੀ ਸਭ ਤੋਂ ਡੀਪੈਸਟ ਮਾਈਨ ਕਿੱਥੇ ਹੈ ਜੀ, ਮੋਪੋਂਗ ਗੋਲਡ ਮਾਈਨ, ਇਹ ਕਿੱਥੇ ਸਥਿਤ ਹੈ ਜੀ, ਇਹ ਸਥਿਤ ਹੈ ਜੀ ਸਾਊਥ ਅਫਰੀਕਾ ਦੇ ਵਿੱਚ, ਤਾਂ ਸਾਊਥ ਅਫਰੀਕਾ ਦੇਸ਼ ਦੇ ਵਿੱਚ ਇਹ ਮਾਈਨ ਸਥਿਤ ਹੈ। ਨੈਕਸਟ ਕੁਐਸਚਨ ਹੈ ਜੀ ਵਿਚ ਆਫ ਦਾ ਫੋਲੋਇੰਗ ਆਰਗੇਨਾਈਜੇਸ਼ਨਸ ਹੈਜ਼ ਰਿਲੀਜ਼ਡ ਦਾ ਫੂਡ ਵੇਸਟ ਇੰਡੈਕਸ ਰਿਪੋਰਟ 2021, ਤਾਂ ਇਹ ਕੌਣ ਰਿਲੀਜ਼ ਕਰਦਾ ਜੀ, UN ਐਨਵਾਇਰਨਮੈਂਟ ਪ੍ਰੋਗਰਾਮ, ਜਿਹਨੂੰ ਅਸੀਂ ਸ਼ੋਰਟ ਫਾਰਮ ਦੇ ਵਿੱਚ UNEP ਵੀ ਕਹਿ ਦਿੰਦੇ ਹਾਂ, ਤਾਂ ਇਹਨਾਂ ਦਾ ਹੈੱਡਕੁਆਰਟਰ ਕਿੱਥੇ ਹੈ ਵੀ ਆ ਜਾਂਦਾ ਜੀ, ਇਹਨਾਂ ਦਾ ਹੈੱਡਕੁਆਰਟਰ ਹੈਗਾ ਨਾਇਰੋਬੀ ਕੀਨੀਆ ਦੇ ਵਿੱਚ, ਨਾਇਰੋਬੀ
ਕੀਨੀਆ ਦੇਸ਼ ਦੇ ਵਿੱਚ। ਨੈਕਸਟ ਕੁਐਸਚਨ ਹੈ ਜੀ, ਹੇਠ ਲਿਖੇ ਦੇ ਮਹੱਤਵਪੂਰਨ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਸਿੱਟਾ ਕੱਢਿਆ ਸੀ ਕਿ ਅਨੁਛੇਦ 30 ਦੇ ਤਹਿਤ ਪਰਿਭਾਸ਼ਿਤ ਅਧਿਕਾਰ ਪੂਰਨ ਨਹੀਂ ਅਤੇ ਰਾਜ ਸਰਕਾਰੀ ਨਿਯਮ ਅਨੁਸਾਰ ਇਸਤੇਮਾਲ ਕੀਤੇ ਜਾਣਗੇ। ਤਾਂ ਇਹ ਜਿਸ ਕੁਐਸਚਨ ਦੀ ਗੱਲ ਕਰ ਰਹੇ ਆ, ਇਹ ਕੁਐਸਚਨ ਹੈ ਜੀ ਕ੍ਰਿਸਚਨ ਮੈਡੀਕਲ ਕਾਲਜ ਵੈਲੋਰ ਐਸੋਸੀਏਸ਼ਨ ਬਨਾਮ ਭਾਰਤ ਸੰਘ ਅਤੇ ਹੋਰ। ਤਾਂ ਇਸ ਕੇਸ ਦੇ ਵਿੱਚ ਕੀ ਹੋਇਆ ਸੀ, ਤਾਂ ਕ੍ਰਿਸਚਨ ਮੈਡੀਕਲ ਕਾਲਜ ਸੀਗਾ ਇੱਕ, ਤਾਂ ਉਸਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਸੀ ਇੱਕ ਮੈਡੀਕਲ ਵਿੱਚ ਐਡਮਿਸ਼ਨ ਲੈਣ ਵਾਸਤੇ। ਜੇ MBBS ਦੀ ਐਡਮਿਸ਼ਨ ਲੈਣੀ ਤਾਂ ਨੀਟ ਦਾ ਇੱਕ ਐਗਜ਼ਾਮ ਹੁੰਦਾ, ਤਾਂ ਇਸ ਕਾਲਜ ਨੇ ਕੇਸ ਕੀਤਾ ਸੀਗਾ ਭਾਰਤ ਦੀ ਸਰਕਾਰ 'ਤੇ ਕਿ ਅਸੀਂ ਨੀਟ ਨੂੰ ਨਹੀਂ ਮੰਨਣਾ, ਅਸੀਂ ਇੱਕ ਆਪਦਾ ਹੀ ਐਗਜ਼ਾਮ ਕਰਾਉਣਾ, ਅਸੀਂ ਇੱਕ ਆਪਦਾ ਪਰਸਨਲ ਐਗਜ਼ਾਮ ਕਰਾਉਣਾ ਜਿਹਦੇ ਵਿੱਚ ਅਸੀਂ ਆਪਦੇ ਕਾਲਜ ਦੇ ਵਿੱਚ ਐਡਮਿਸ਼ਨ ਲੈ ਸਕੀਏ। ਪਰ ਸਰਕਾਰ ਨੇ ਅਤੇ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਅਤੇ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਨੀਟ ਦੇ ਥਰੂ ਹੀ ਐਡਮਿਸ਼ਨ ਕਰੋਗੇ। ਨੈਕਸਟ ਕੁਐਸਚਨ ਹੈ ਜੀ, ਪੈਪਸੂ ਲੈਜਿਸਲੇਟਿਵ ਅਸੈਂਬਲੀ ਵਾਜ਼ ਡਿਜ਼ੋਲਵਡ ਬਾਏ ਵਿਚ ਆਫ ਦਾ ਦਿਸ ਪ੍ਰੈਜ਼ੀਡੈਂਟ। ਤਾਂ ਇੱਕ ਪੈਪਸੂ ਸੀਗੀ ਸਟੇਟ ਜੋ ਪਟਿਆਲਾ ਦੇ ਨਾਲ ਦੇ ਰਾਜੇ ਜਿਸ ਵਿੱਚ ਸ਼ਾਮਿਲ ਸੀ, ਤਾਂ ਇਸ ਨੂੰ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਹੀ ਮਿਲਾ ਦਿੱਤਾ ਗਿਆ ਸੀ। ਤਾਂ ਇਹ ਕਿਹਨਾਂ ਦੇ ਰਾਜ ਦੌਰਾਨ ਹੋਈ, ਉਦੋਂ ਆਪਣੇ ਦੇਸ਼ ਦੇ ਰਾਸ਼ਟਰਪਤੀ ਕੌਣ ਸੀ, ਡਾਕਟਰ ਰਾਜਿੰਦਰ ਪ੍ਰਸਾਦ। ਨੈਕਸਟ ਕੁਐਸਚਨ ਹੈ ਜੀ, ਜਲਿਆਂਵਾਲਾ ਬਾਗ ਮਾਸਕਰ ਇੰਪੈਲਡ ਟੂ ਰਾਈਟ ਖੂਨੀ ਵਿਸਾਖੀ ਬਲੱਡ ਵਿਸਾਖੀ ਐਨ ਐਪਿਕ ਪੋਇਮ ਦੈਟ ਮੌਕਡ ਦਾ ਕੋਲੋਨਲ ਰੂਲ। ਤਾਂ ਇਹ ਕਿਹਨਾਂ ਦੁਆਰਾ ਲਿਖੀ ਗਈ ਸੀ, ਨਾਨਕ ਸਿੰਘ ਦੁਆਰਾ। ਨੈਕਸਟ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਟੀਮਸ ਡਿਡ ਨਾਟ ਕੁਆਲੀਫਾਈ ਫਾਰ ਦਾ ਪਲੇਆਫ ਇਨ IPL 2020। ਤਾਂ ਕਿਹੜੀ ਜਿਹੜੀ ਟੀਮ ਹੈ ਉਹ ਨਹੀਂ ਕੁਆਲੀਫਾਈ ਕਰ ਪਾਈ, ਚੇਨਈ ਸੁਪਰ ਕਿੰਗਸ। ਨੈਕਸਟ ਕੁਐਸਚਨ ਹੈ ਜੀ, ਚੋਜ਼ ਰੀਫਰ ਟੂ ਵਿਚ ਆਫ ਦਾ ਫੋਲੋਇੰਗ ਜੀਓਗ੍ਰਾਫੀਕਲ ਫੀਚਰਸ। ਤਾਂ ਸੀਜ਼ਨਲ ਸਟਰੀਮਸ ਫਾਊਂਡ ਇਨ ਦਾ ਫੁੱਟ ਹਿਲ ਆਫ ਮਾਊਂਟੇਨ ਰੇਂਜ। ਜੋ ਮਾਊਂਟੇਨ ਰੇਂਜ ਹੁੰਦੇ, ਜੋ ਪਹਾੜ ਹੁੰਦੇ ਆ, ਤਾਂ ਉਹਨਾਂ ਦੀ ਜੋ ਫੁੱਟ ਹਿਲਸ ਹੈ, ਫੁੱਟ ਹਿਲ 'ਤੇ ਜੋ ਪਾਈ ਜਾਂਦੀਆਂ ਸੀਜ਼ਨਲ ਸਟਰੀਮਸ, ਤਾਂ ਉਹਨਾਂ ਨੂੰ ਕੀ ਕਹਿੰਦੇ ਨੇ ਜੀ, ਉਹਨਾਂ ਨੂੰ ਚਿਓਸ ਕਹਿੰਦੇ ਨੇ। ਨੈਕਸਟ ਕੁਐਸਚਨ ਹੈ ਜੀ, The Bishnoi Community Initiative to Protect the Endangered Black Buck Species is associated with which of the following wildlife। ਤਾਂ ਬਿਸ਼ਨੋਈ ਕਮਿਊਨਿਟੀ ਨੇ ਇਨੀਸ਼ੀਏਟਿਵ ਲਿਆ ਸੀਗਾ ਜੀ ਬਲੈਕ ਬੱਕ ਨੂੰ ਬਚਾਉਣ ਦਾ। ਤਾਂ ਇਹ ਕਿੱਥੋਂ ਦੀ ਵਾਈਲਡ ਲਾਈਫ ਸੈਂਚੁਰੀ ਦੀ ਗੱਲ ਹੈ, ਇਹ ਅਬੋਰ ਵਾਈਲਡ ਲਾਈਫ ਸੈਂਚੁਰੀ ਦੀ ਗੱਲ ਹੈ। ਨੈਕਸਟ ਕੁਐਸਚਨ ਹੈ ਜੀ, ਵਿਚ ਸ਼ਡਿਊਲ ਆਫ ਇੰਡੀਅਨ ਕੌਨਸਟੀਟਿਊਸ਼ਨ ਡਿਵਾਈਡ ਲੈਜਿਸਲੇਟਿਵ ਪਾਵਰਸ ਬਿਟਵੀਨ ਯੂਨੀਅਨ ਐਂਡ ਸਟੇਟਸ। ਤਾਂ ਯੂਨੀਅਨ ਐਂਡ ਸਟੇਟ ਦੇ ਵਿੱਚ ਪਾਵਰਸ ਦੀ ਵੰਡ ਕਿਹੜਾ ਸ਼ਡਿਊਲ ਕਰਦਾ ਹੈ ਜੀ, ਤਾਂ ਇਹਦਾ ਰਾਈਟ ਆਪਸ਼ਨ ਹੈ ਜੀ 7th ਸ਼ਡਿਊਲ ਪਾਵਰਸ ਦੀ ਵੰਡ ਕਰਦਾ ਯੂਨੀਅਨ ਜਾਣੀ ਕਿ ਕੇਂਦਰ ਅਤੇ ਸਟੇਟਸ ਦੇ ਵਿੱਚ ਪਾਵਰਸ ਦੀ। ਨੈਕਸਟ ਕੁਐਸਚਨ ਹੈ ਜੀ, ਵਿਚ ਆਰਟੀਕਲ ਆਫ ਇੰਡੀਅਨ ਕੌਨਸਟੀਟਿਊਸ਼ਨ ਇਜ਼ ਰਿਲੇਟਡ ਟੂ ਡਿਊਰੇਸ਼ਨ ਆਫ ਪੰਚਾਇਤ। ਜਾਣੀ ਕਿ ਕਿਸ ਆਰਟੀਕਲ ਵਿੱਚ ਪੰਚਾਇਤ ਦੀ ਡਿਊਰੇਸ਼ਨ ਲਿਖੀ ਹੋਈ ਹੈ, ਸਮਾਂ ਲਿਖਿਆ ਹੋਇਆ ਉਹਨਾਂ ਦਾ ਕਿ ਕਿੰਨੀ ਦੇਰ ਤੱਕ ਪੰਚਾਇਤ ਰਹੂਗੀ, 243E 243E। ਨੈਕਸਟ ਕੁਐਸਚਨ ਹੈ ਜੀ, ਅਮਾਦੇਵੀ ਆਈਸਲੈਂਡ ਆਰ ਪਾਰਟ ਆਫ ਵਿਚ ਯੂਨੀਅਨ ਟੈਰੀਟਰੀ। ਤਾਂ ਇਹ ਲਕਸ਼ਦੀਪ ਦੇ ਪਾਰਟ ਨੇ। ਨੈਕਸਟ ਕੁਐਸਚਨ ਹੈ ਜੀ, ਮੱਧਕਾਲੀਨ ਭਾਰਤ ਵਿੱਚ ਜਾਗੀਰਦਾਰੀ ਸਮਾਜ ਦੇ ਵਾਧੇ ਦਾ ਕੀ ਪ੍ਰਭਾਵ ਸੀ। ਤਾਂ ਇਸਨੇ ਪਿੰਡ ਦੀ ਸਵੈ ਸਰਕਾਰ ਨੂੰ ਮਜ਼ਬੂਤ ਕੀਤਾ। ਜਾਗੀਰਦਾਰੀ ਸਿਸਟਮ ਨੇ ਪਿੰਡ ਦੀ ਸਵੈ ਸਰਕਾਰ ਨੂੰ ਮਜ਼ਬੂਤ ਕੀਤਾ। ਨੈਕਸਟ ਕੁਐਸਚਨ ਹੈ ਜੀ, ਦਾ ਫਸਟ ਸਿਟੀ ਫਰੋਮ ਨਾਰਥ ਇੰਡੀਆ ਟੂ ਲਿਸਟ ਮਿਊਨਿਸਪਲ ਕਾਰਪੋਰੇਸ਼ਨ ਬੌਂਡਸ ਔਨ ਬੰਬੇ ਸਟਾਕ ਐਕਸਚੇਂਜ। ਤਾਂ ਫਸਟ ਸਿਟੀ ਕਿਹੜੀ ਬਣੀ ਹੈ ਜੀ, ਲਖਨਊ। ਨੈਕਸਟ ਆਪਸ਼ਨ ਹੈ ਜੀ, ਵਿਚ ਅਮੰਗ ਦਾ ਫੋਲੋਇੰਗ ਨੋਵਲਸ ਵਾਜ਼ ਰਿਟਨ ਬਾਈ ਨਾਨਕ ਸਿੰਘ। ਤਾਂ ਪਵਿੱਤਰ ਪਾਪੀ ਬਹੁਤ ਹੀ ਫੇਮਸ ਨਾਵਲ ਹੈ ਜੋ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਪਵਿੱਤਰ ਪਾਪੀ। ਇਸ ਤੋਂ ਇਲਾਵਾ ਇੱਕ ਚਿੱਟਾ ਲਹੂ ਨਾਵਲ ਹੈ। ਇਹ ਦੋ ਨਾਵਲ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਆ ਚੁੱਕੇ ਨੇ। ਨੈਕਸਟ ਹੈ ਜੀ, ਸਹਾਦਰੀ ਏ ਨੋ ਸਾਊਥਰਨ ਚੇਨ ਆਫ ਮਾਊਂਟੇਨਸ ਔਰ ਹਿਲਸ ਇਨ ਇੰਡੀਆ ਦੈਟ ਮਾਰਕ ਦਾ ਵੈਸਟਰਨ ਐਜ ਆਫ ਦਾ ਡੈਕਨ ਪਲੇਟੂ ਰੀਜਨ ਇਜ਼ ਆਲਸੋ ਕਾਲਡ ਵੈਸਟਰਨ ਘਾਟ। ਤਾਂ ਸਹਾਦਰੀ ਵੈਸਟਰਨ ਘਾਟ ਨੂੰ ਵੀ ਕਹਿ ਦਿੰਦੇ। ਨੈਕਸਟ ਕੁਐਸਚਨ ਜੀ, ਅਕੋਰਡਿੰਗ ਟੂ ਕੌਨਸਟੀਟਿਊਸ਼ਨ ਆਫ ਇੰਡੀਆ ਹਾਊ ਮੈਨੀ ਮੈਕਸੀਮਮ ਜੱਜਿਸ ਕੈਨ ਦੇਅਰ ਇਨ ਸੁਪਰੀਮ ਕੋਰਟ ਅਪਾਰਟ ਫਰੋਮ ਦਾ ਚੀਫ ਜਸਟਿਸ। ਤਾਂ ਇਹ ਪਹਿਲਾਂ ਦੀ ਗੱਲ ਕੀਤੀ ਗਈ ਹੈ, ਜਦੋਂ ਇੰਡੀਆ ਬਣਿਆ ਉਦੋਂ 7 ਸੀ ਅਤੇ ਹੁਣ ਇਹਨਾਂ ਦੀ ਗਿਣਤੀ ਕਿੰਨੀ ਹੈ, ਮੈਕਸੀਮਮ ਚੀਫ ਜਸਟਿਸ ਤੋਂ ਇਲਾਵਾ 30 ਹੈ ਜੀ। ਹੁਣ ਇਹਨਾਂ ਦੀ ਫਿਲਹਾਲ ਦੀ ਜਿਹੜੀ ਗਿਣਤੀ ਹੈ ਉਹ ਕਿੰਨੀ ਹੈ ਜੀ, ਉਹ 30 ਹੈ। ਨੈਕਸਟ ਹੈ ਜੀ, ਰੋਬਰਟ ਐਂਗਸ ਸਮਿਥ ਕੋਇਨਡ ਦਾ ਟਰਮ। ਤਾਂ ਇਹ ਟਰਮ ਐਸਿਡ ਰੇਨ ਇਹਨਾਂ ਨੇ ਦਿੱਤੀ ਸੀ ਜੀ, ਰੋਬਰਟ ਸਮਿਥ ਨੇ ਦਿੱਤੀ ਸੀ। ਤਾਂ ਇਹਨਾਂ ਨੂੰ ਇਸ ਦੇ ਨਾਲ ਜੋੜਿਆ ਜਾਂਦਾ ਐਸਿਡ ਰੇਨ ਦੇ ਨਾਲ, ਰੋਬਰਟ ਸਮਿਥ। ਨੈਕਸਟ ਕੁਐਸਚਨ ਹੈ ਜੀ, ਸੰਵਿਧਾਨਕ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ। ਤਾਂ ਸੰਵਿਧਾਨਕ ਸਭਾ ਦੀ ਪਹਿਲੀ ਬੈਠਕ ਹੋਈ ਹੈ ਜੀ 9 ਦਸੰਬਰ 1946 ਨੂੰ।
ਨੈਕਸਟ ਕੁਐਸਚਨ ਹੈ ਜੀ ਵਿਚ ਰਾਊਂਡ ਟੇਬਲ ਕਾਨਫਰੰਸ ਡਿਡ ਗਾਂਧੀ ਜੀ ਅਟੈਂਡ। ਤਾਂ ਕੁੱਲ 3 ਰਾਊਂਡ ਟੇਬਲ ਕਾਨਫਰੰਸਿਸ ਹੋਈਆਂ ਜੀ, ਕੁੱਲ 3 ਰਾਊਂਡ ਟੇਬਲ ਕਾਨਫਰੰਸਿਸ ਹੋਈਆਂ। ਠੀਕ ਹੈ ਜੀ, ਫਸਟ ਸੈਕਿੰਡ ਥਰਡ। 1930 ਦੇ ਵਿੱਚ ਫਸਟ ਹੋਈ ਹੈ ਜੀ, 1931 ਦੇ ਵਿੱਚ ਸੈਕਿੰਡ ਹੋਈ ਹੈ ਐਂਡ 1932 ਦੇ ਵਿੱਚ ਥਰਡ ਹੋਈ ਹੈ। ਤਾਂ ਇਹਨਾਂ ਵਿੱਚੋਂ ਗਾਂਧੀ ਜੀ ਨੇ ਸਿਰਫ ਇੱਕ ਅਟੈਂਡ ਕੀਤੀ ਹੈ, ਸੈਕਿੰਡ। ਤਾਂ ਇਹਨਾਂ ਵਿੱਚੋਂ ਸਿਰਫ ਸੈਕਿੰਡ ਜਿਹੜੀ ਰਾਊਂਡ ਟੇਬਲ ਕਾਨਫਰੰਸ ਹੈ ਉਹ ਗਾਂਧੀ ਜੀ ਨੇ ਅਟੈਂਡ ਕੀਤੀ ਹੈ, ਲੰਡਨ ਵਿੱਚ ਜਾ ਕੇ ਇਹਨਾਂ ਨੇ ਇਹ ਅਟੈਂਡ ਕੀਤੀ ਸੀ। ਇਸ ਤੋਂ ਇਲਾਵਾ ਇੱਕ ਇਹ ਵੀ ਕੁਐਸਚਨ ਆ ਜਾਂਦਾ ਕਿ ਇਹੋ ਜਿਹੇ ਕਿਹੜੇ ਭਾਰਤੀ ਨੇਤਾ ਜਾਂ ਲੀਡਰ ਸੀ ਜਿਨ੍ਹਾਂ ਨੇ ਇਹ ਤਿੰਨੋਂ ਦੀਆਂ ਤਿੰਨੋਂ ਰਾਊਂਡ ਟੇਬਲ ਕਾਨਫਰੰਸਿਸ ਅਟੈਂਡ ਕੀਤੀਆਂ। ਤਾਂ ਉਹਨਾਂ ਦਾ ਨਾਮ ਹੈ ਜੀ BR ਅੰਬੇਦਕਰ ਜੀ। ਤਾਂ BR ਅੰਬੇਦਕਰ ਜੀ ਨੇ ਤਿੰਨੋਂ ਦੀਆਂ ਤਿੰਨੋਂ ਰਾਊਂਡ ਟੇਬਲ ਕਾਨਫਰੰਸਿਸ ਨੂੰ ਅਟੈਂਡ ਕੀਤਾ ਸੀ। ਨੈਕਸਟ ਕੁਐਸਚਨ ਹੈ ਜੀ ਪੰਜਾਬ ਇਜ਼ ਫਰੰਟਡ ਬਾਈ ਵਿਚ ਆਫ ਦਾ ਦੀਜ਼ ਰੇਂਜਸ ਟੂ ਦਾ ਨੌਰਥ ਈਸਟ ਐਂਡ ਨੌਰਥ, ਯਾਨੀ ਕਿ ਪੰਜਾਬ ਦੇ ਨੌਰਥ ਈਸਟ ਅਤੇ ਨੌਰਥ ਦੇ ਵਿੱਚ ਕਿਹੜੀਆਂ ਰੇਂਜਸ ਮੀਨ ਕਿਹੜੀਆਂ ਪਹਾੜੀਆਂ ਨੇ। ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਪੰਜਾਬ ਘਿਰਿਆ ਹੋਇਆ।